Good morning, students. Once again, welcome to my YouTube channel. Today, we are continues with the chapter ਕੁਦਰਤੀ ਵਨਸਪਤੀ ਜੀਵ ਜੰਤੂ ਅਤੇ ਮਿੱਟੀ ਕਲਾਸ 10th ਭਾਗ ਚੌਥਾ ਵਾ ਇਸ ਸੈਸ਼ਨ ਦਾ। ਅੱਜ ਅਸੀਂ ਇਹਦੇ ਸ਼ਾਰਟ ਕੁਐਸਚਨ ਆਨਸਰ ਅਤੇ ਲੌਂਗ ਕੁਐਸਚਨ ਆਨਸਰ ਬਾਰੇ ਡਿਸਕਸ ਕਰਾਂਗੇ। ਸਟਾਰਟ ਕਰਦੇ ਹਾਂ ਅੱਜ ਦੇ ਸੈਸ਼ਨ ਨੂੰ। ਫਸਟ ਕੁਐਸਚਨ ਹੈ, ਮਿੱਟੀ ਦੇ ਜਨਮ ਵਿੱਚ ਮੁੱਢਲੀ ਚੱਟਾਨਾਂ ਦਾ ਕੀ ਯੋਗਦਾਨ ਹੈ? ਉੱਤਰ ਹੈ, ਦੇਸ਼ ਦੇ ਵਿੱਚ ਮੁੱਢਲੀਆਂ ਚੱਟਾਨਾਂ ਵਿੱਚ ਉੱਤਰੀ ਹਿਮਾਲਿਆ ਦੀਆਂ ਮੋੜਦਾਰ ਚੱਟਾਨਾਂ ਅਤੇ ਪਠਾਰੀ ਭਾਗ ਦੇ ਵਿੱਚ ਲਾਵਾਂ ਨਿਰਮਿਤ ਚੱਟਾਨਾਂ ਆਉਂਦੀਆਂ ਹਨ। ਇਹਨਾਂ ਵਿੱਚ ਵੱਖ-ਵੱਖ ਖਣਿਜ ਹੁੰਦੇ ਹਨ, ਇਸ ਲਈ ਇਹਨਾਂ ਤੋਂ ਚੰਗੀ ਕਿਸਮ ਦੀ ਮਿੱਟੀ ਬਣਦੀ ਹੈ। ਮੁੱਢਲੀ ਚੱਟਾਨਾਂ ਤੋਂ ਬਣਨ ਵਾਲੀ ਮਿੱਟੀ ਦਾ ਰੰਗ, ਸੰਗਠਨ, ਬਨਾਵਟ ਅਤੇ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਚੱਟਾਨਾਂ ਕਿੰਨੇ ਸਮੇਂ ਤੋਂ ਕਿਸ ਤਰ੍ਹਾਂ ਦੇ ਜਲਵਾਯੂ ਨੂੰ ਪ੍ਰਭਾਵਿਤ ਹੋ ਰਹੀਆਂ ਹਨ। ਪੱਛਮੀ ਬੰਗਾਲ ਵਰਗੇ ਦੇਸ਼ ਵਿੱਚ ਜਲਵਾਯੂ ਵਿੱਚ ਰਸਾਇਣਿਕ ਕਿਰਿਆਵਾਂ ਦੇ ਪ੍ਰਭਾਵ ਜੀਵਾਂਸ਼ ਦੇ ਕਾਰਨ ਮਿੱਟੀ ਬਹੁਤ ਹੀ ਵਿਕਸਿਤ ਹੁੰਦੀ ਹੈ, ਪਰ ਰਾਜਸਥਾਨ ਵਰਗੇ ਖੁਸ਼ਕ ਖੇਤਰਾਂ ਦੇ ਵਿੱਚ ਬਨਸਪਤੀ ਦੀ ਕਮੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਵਧੇਰੇ ਵਰਖਾ ਅਤੇ ਤੇਜ਼ ਪਾਉਣਾ ਵਾਲੇ ਖੇਤਰ ਦੇ ਵਿੱਚ ਮਿੱਟੀ ਦਾ ਕਟਾਅ ਜ਼ਿਆਦਾ ਹੁੰਦਾ ਹੈ। ਸਿੱਟੇ ਵਜੋਂ ਮਿੱਟੀ ਦਾ ਉਪਜਾਊਪਣ ਘੱਟ ਹੋ ਜਾਂਦਾ ਹੈ। ਦੂਜਾ ਕੁਐਸਚਨ ਆ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ? ਉੱਤਰ ਹੈ, ਮਿੱਟੀ ਬਹੁਤ ਕੀਮਤੀ ਸੰਸਾਧਨ ਹੈ। ਇਸ ਦੀ ਸੁਰੱਖਿਆ ਅਤੇ ਇਸ ਦਾ ਉਪਜਾਊਪਣ ਨੂੰ ਬਣਾਏ ਰੱਖਣ ਲਈ ਅੱਜ ਸਾਡੇ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਪਹਿਲਾ ਹੈ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਜਿਹੜੇ ਪੌਣਾ ਦੀ ਰਫ਼ਤਾਰ ਤੋਂ ਘੱਟ ਕਰਨ ਲਈ ਰੁੱਖਾਂ ਦੀ ਕਤਾਰ ਲਗਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰੇਤਲੇ ਟਿੱਲਿਆਂ 'ਤੇ ਘਾਹ ਉਗਾਈ ਜਾਣੀ ਚਾਹੀਦੀ ਹੈ। ਦੂਜਾ ਵਾ, ਪਰਬਤੀ ਖੇਤਰਾਂ ਵਿੱਚ ਪੌੜੇਦਾਰ ਖੇਤੀ, ਢਲਾਨਾਂ ਨੂੰ ਉਲਟ ਦਿਸ਼ਾ ਵਿੱਚ ਬੰਨ੍ਹ ਬਣਾਉਣਾ ਅਤੇ ਛੋਟੇ-ਛੋਟੇ ਜਲ ਭੰਡਾਰ ਬਣਾਏ ਜਾਣੇ ਚਾਹੀਦੇ ਹਨ। ਤੀਜਾ, ਮੈਦਾਨੀ ਖੇਤਰਾਂ ਵਿੱਚ ਭੂਮੀ ਅਤੇ ਬਨਸਪਤੀ ਉਗਾਉਣੀ ਚਾਹੀਦੀ ਹੈ। ਚੌਥਾ, ਇਸ ਤੋਂ ਇਲਾਵਾ ਫਸਲ ਚੱਕਰ, ਢਲਾਨ ਦਾ ਉਲਟ ਖੇਤਰਾਂ ਵਿੱਚ ਬਹਿਣਾ, ਗੋਹੇ ਦੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਮਿੱਟੀ ਦੀ ਉਪਜਾਊਪਣ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਤੀਜਾ ਕੁਐਸਚਨ ਹੈ, ਦੇਸ਼ ਦੇ ਵਿੱਚ ਵੱਖੋ ਵੱਖਰੀ ਆਧਾਰ ਰਾਹੀਂ ਮਿੱਟੀ ਦੀਆਂ ਵੰਡ ਕਿਸ ਤਰ੍ਹਾਂ ਕੀਤੀ ਗਈ ਹੈ? ਉੱਤਰ ਹੈ, ਭਾਰਤ ਵਰਗੇ ਵਿਸ਼ਾਲ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੱਟਾਨਾਂ ਅਤੇ ਜਲਵਾਯੂ ਮਿਲਣ ਦਾ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਮਿੱਟੀਆਂ ਬਣਦੀਆਂ ਹਨ। ਮਿੱਟੀ ਦੀ ਉਪਜਾਊਪਣ ਸਿੰਜਾਈ ਅਤੇ ਉਤਪਤੀ ਦੇ ਗੁਣ ਦੇ ਆਧਾਰ 'ਤੇ ਵੀ ਵੰਡਿਆ ਜਾ ਸਕਦਾ ਹੈ। ਦੇਸ਼ ਦੇ ਪੁਰਾਣੇ ਰਿਵਾਜਾਂ ਦੇ ਅਨੁਸਾਰ ਮਿੱਟੀ ਨੂੰ ਉਪਜ ਅਤੇ ਫਸਲਾਂ ਦੀ ਪੈਦਾਵਾਰ ਦੇ ਆਧਾਰ ਤੇ ਦੋ ਮੁੱਖ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਉਪਜਾਊ ਮਿੱਟੀ ਅਤੇ ਅਣਉਪਜਾਊ ਮਿੱਟੀ। ਅਣਉਪਜਾਊ ਮਿੱਟੀ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਉਪ ਭਾਗ ਹਨ, ਨਮਕੀਨ ਅਤੇ ਰੇਤਲੀ ਮਿੱਟੀ। ਦੂਜਾ ਹੈ, ਸਿੰਜਾਈ ਅਤੇ ਵਰਖਾ ਦੇ ਆਧਾਰ 'ਤੇ ਖੇਤਰਾਂ ਦੀ ਮਿੱਟੀ ਨੂੰ ਬਰਾਨੀ ਮਿੱਟੀ ਕਹਿੰਦੇ ਹਨ। ਖੂਹਾਂ ਵਾਲੀ ਮਿੱਟੀ ਨੂੰ ਚਾਹੀ ਅਤੇ ਨਹਿਰਾਂ ਵਾਲੀ ਦੀ ਸਿੰਜੀਆਂ ਹੋਈਆਂ ਮਿੱਟੀਆਂ ਨੂੰ ਨਹਿਰੀ ਕਹਿੰਦੇ ਹਨ। ਇਸੇ ਤਰ੍ਹਾਂ ਦਰਿਆਈ ਰਿਸਾਓ ਵਾਲੀ ਮਿੱਟੀ ਨੂੰ ਸੈਲਾਬੀ ਮਿੱਟੀ ਕਿਹਾ ਜਾਂਦਾ ਹੈ। ਤੀਜਾ ਹੈ, ਉਤਪਤੀ ਦੇ ਆਧਾਰ 'ਤੇ ਮਿੱਟੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਜ਼ੋਨਲ ਅਤੇ ਅਜ਼ੋਨਲ। ਜ਼ੋਨਲ ਮਿੱਟੀ ਸਥਾਨਕ ਮਿੱਟੀ ਨੂੰ ਕਿਹਾ ਜਾਂਦਾ ਹੈ ਅਤੇ ਅਜ਼ੋਨਲ ਮਿੱਟੀ ਵਾਕੂ ਮਿੱਟੀ ਵੀ ਅਖਵਾਉਂਦੀ ਹੈ। ਚੌਥਾ ਹੈ, ਪੀਟ ਅਤੇ ਦਲਦਲੀ ਮਿੱਟੀ ਦਾ ਨਿਖੇਧ ਨੋਟ ਲਿਖੋ। ਉੱਤਰ ਹੈ, ਪੀਟ ਅਤੇ ਦਲਦਲੀ ਮਿੱਟੀ ਸਿਰਫ 150 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਮਿਲਦੀ ਹੈ। ਇਸ ਦਾ ਵਿਸਥਾਰ ਸੁੰਦਰਬਨ ਡੈਲਟਾ, ਉੜੀਸਾ ਦੇ ਵਿੱਚ ਤਟਵਰਤੀ ਮੈਦਾਨ, ਤਾਮਿਲਨਾਡੂ ਦੇ ਵਿੱਚ ਉੱਤਰ ਪੂਰਬੀ ਤਲਪਟੀ ਹਿੱਸੇ, ਮੱਧਵਰਤੀ ਬਿਹਾਰ ਅਤੇ ਉੱਤਰਾਖੰਡ ਦੇ ਵਿੱਚ ਮਲਵੋੜਾ ਵਿੱਚ ਹੈ। ਜੈਵਿਕ ਪਦਾਰਥਾਂ ਦੀ ਬਹੁਤਾਤ ਦੇ ਕਾਰਨ ਇਸ ਦਾ ਰੰਗ ਕਾਲਾ ਅਤੇ ਸੁਭਾਅ ਤੇਜ਼ਾਬੀ ਹੁੰਦਾ ਹੈ। ਇਸ ਰੰਗ ਦੇ ਕਾਰਨ ਇਸ ਦੇ ਕੇਰਲਾ ਦੇ ਵਿੱਚ ਕਾਰੀ ਮਿੱਟੀ ਜਾਂ ਕਾਰੀ ਮਿੱਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੈਵਿਕ ਪਦਾਰਥਾਂ ਦੇ ਬਹੁਤਾਂ ਦੇ ਕਾਰਨ ਇਹ ਮਿੱਟੀ ਨੀਲੇ ਰੰਗ ਦੀ ਮਿੱਟੀ ਵੀ ਬਣ ਜਾਂਦੀ ਹੈ। ਪੰਜਵਾਂ ਕੁਐਸਚਨ, ਮਿੱਟੀ ਦੇ ਕਟਾਅ ਕਿੰਨੀ ਤਰ੍ਹਾਂ ਦੇ ਹੁੰਦਾ ਹੈ?
ਉੱਤਰ ਹੈ ਧਰਾਤਲ ਉੱਪਰ ਮਿਲਣ ਵਾਲੀ ਮਿੱਟੀ ਦੀ ਤਹਿ ਭੌਤਿਕ ਅਤੇ ਗੈਰ ਭੌਤਿਕ ਤੱਤਾਂ ਦੁਆਰਾ ਟੁੱਟਣਾ ਜਾਂ ਹਟਾਉਣਾ ਮਿੱਟੀ ਦਾ ਕਟਾਅ ਕਹਾਉਂਦਾ ਹੈ। ਕਟਾਅ ਤਿੰਨ ਤਰ੍ਹਾਂ ਦੇ ਹੋ ਸਕਦੇ ਹਨ। ਤਹਿਦਾਰ ਕਟਾਅ ਇਸ ਤਰ੍ਹਾਂ ਦੇ ਕਟਾਅ ਵਿੱਚ ਪਾਉਣਾ ਦੇ ਚੱਲਣ ਅਤੇ ਨਦੀ ਜਲ ਦੇ ਲੰਬੇ ਸਮੇਂ ਤੱਕ ਵਗਣ ਆਦਿ ਧਰਾਤਲ ਦੇ ਉੱਪਰਲੀ ਤਹਿ ਬਹਿ ਜਾਣਾ ਜਾਂ ਉਡਾ ਕੇ ਲੈ ਜਾਂਦੀ ਹੈ। ਫਿਰ ਹੈ ਤੀਜਾ ਹੈ ਨਾਲੇਦਾਰੀ ਕਟਾਓ। ਮੋਹਲੇ ਧਾਰ ਵਰਖਾ ਦੇ ਸਮੇਂ ਜ਼ਿਆਦਾ ਪਾਣੀ ਦੀਆਂ ਘੱਟ ਚੌੜਾਈ ਵਾਲੀਆਂ ਨਾਲੀਆਂ ਬਣ ਗਈਆਂ ਹਨ। ਇਸ ਨਾਲ ਧਰਾਤਲ 'ਤੇ ਲੰਬੀਆਂ ਲੰਬੀਆਂ ਖਾਈਆਂ ਬਣ ਜਾਂਦੀਆਂ ਹਨ। ਇਸ ਨੂੰ ਨਾਲਾਦਾਰੀ ਕਟਾਅ ਕਹਿੰਦੇ ਹਨ। ਤੀਜਾ ਹੈ ਟੋਏਦਾਰ ਕਟਾਅ ਪਾਉਣ ਜਾਂ ਜਲ ਧਰਾਤਲ ਦੇ ਖਾਸ ਸਥਾਨਾਂ 'ਤੇ ਮਿੱਟੀ ਦੇ ਉੱਡਣ ਜਾਂ ਘੁਲਣ ਦੇ ਬਾਅਦ ਡੂੰਘੇ ਟੋਏ ਬਣਾ ਦਿੰਦੇ ਹਨ। ਹੌਲੀ ਹੌਲੀ ਇਹ ਟੋਏ ਬਹੁਤ ਵੱਡੇ ਹੋ ਜਾਂਦੇ ਹਨ। 6ਵਾਂ ਕੁਐਸਚਨ ਹੈ ਮਿੱਟੀ ਦੇ ਕਟਾਅ ਲਈ ਕਿਹੜੇ ਕਿਹੜੇ ਕਾਰਕ ਜ਼ਿੰਮੇਵਾਰ ਹਨ। ਉੱਤਰ ਹੈ ਮਿੱਟੀ ਦੇ ਕਟਾਅ ਮੁੱਖ ਤੌਰ 'ਤੇ ਦੋ ਕਾਰਕ ਹੁੰਦੇ ਹਨ ਭੌਤਿਕ ਕਿਰਿਆਵਾਂ ਦੁਆਰਾ ਮਨੁੱਖੀ ਕਿਰਿਆਵਾਂ ਦੁਆਰਾ। ਅਜੋਕੇ ਸਮੇਂ ਦੇ ਵਿੱਚ ਕੁਦਰਤੀ ਮਨੁੱਖੀ ਕਿਰਿਆਵਾਂ ਦੁਆਰਾ ਮਿੱਟੀ ਦੇ ਕਟਾਅ ਦੀ ਪ੍ਰਕਿਰਿਆ ਵੱਧਦੀ ਜਾ ਰਹੀ ਹੈ। ਭੌਤਿਕ ਤੱਤਾਂ ਵਿੱਚ ਉੱਚਾ ਤਾਪਮਾਨ ਬਰਫੀਲੇ ਤੂਫਾਨ ਤੇਜ਼ ਹਵਾਵਾਂ ਮੋਹਲੇਧਾਰ ਵਰਖਾ ਤਿੱਖੀਆਂ ਢਲਾਨਾਂ ਦੀ ਗਣਨਾ ਹੁੰਦੀ ਹੈ। ਇਹ ਮਿੱਟੀ ਦੇ ਕਟਾਅ ਦੇ ਮੁੱਖ ਕਾਰਕ ਹਨ। ਮਨੁੱਖੀ ਕਿਰਿਆਵਾਂ ਵਿੱਚ ਜਲਾਂ ਦੀ ਕਟਾਈ ਪਸ਼ੂਆਂ ਦੇ ਬੇਰੋਕ ਟੋਕ ਚਰਾਈ ਸਥਾਨਾਂਤਰਿਤ ਖੇਤਰੀ ਅਤੇ ਖੇਤੀ ਦੇ ਵਿੱਚ ਦੋਸ਼ਪੂਰਨ ਪੱਧਰੀ ਖਾਣਾਂ ਦੀ ਖੁਦਾਈ ਆਦਿ ਤੱਤ ਆਉਂਦੇ ਹਨ। ਨੈਕਸਟ ਹੈ ਸਾਡਾ ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ ਜਿਹੜਾ ਲੌਂਗ ਕੁਐਸਚਨ ਹੈ ਜਿਹੜਾ ਕਿ ਅਸੀਂ 125 ਤੇ 130 ਸ਼ਬਦਾਂ ਦੇ ਵਿੱਚ ਲਿਖਣੇ ਆ। ਪਹਿਲਾ ਕੁਐਸਚਨ ਹੈ ਭਾਰਤ ਦੇ ਵਿੱਚ ਵੱਖਰੋ ਵੱਖਰੀ ਆਧਾਰ 'ਤੇ ਕੁਦਰਤੀ ਬਨਸਪਤੀ ਦੇ ਵਰਗੀਕਰਨ ਦਾ ਵਰਣਨ ਕਰੋ। ਉੱਤਰ ਹੈ ਭਾਰਤੀ ਬਨਸਪਤੀ ਦੇ ਆਧਾਰ 'ਤੇ ਵਰਗੀਕਰਨ ਕੀਤਾ ਜਾ ਸਕਦਾ ਹੈ। ਇਹਨਾਂ ਦੇ ਮੁੱਖ ਆਧਾਰ ਹੇਠ ਲਿਖੇ ਹਨ। ਪਹਿਲਾ ਹੈ ਪਹੁੰਚ ਦੇ ਆਧਾਰ 'ਤੇ। ਇਸ ਦ੍ਰਿਸ਼ਟੀ 'ਤੇ ਵਣਾਂ ਨੂੰ ਦੋ ਪ੍ਰਕਾਰ ਦੇ ਵਿੱਚ ਛੂਹੇ ਅਤੇ ਅਣਛੂਹੇ ਦੇਸ਼ਾਂ ਦੇ ਵਿੱਚ 187 ਵਣ ਖੇਤਰ ਅਜਿਹੇ ਹਨ ਜੋ ਕਿ ਹਿਮਾਲਿਆ ਦੀ ਉੱਚੀ ਢਲਾਨਾਂ 'ਤੇ ਸਥਿਤ ਹਨ। ਇਸ ਕਾਰਨ ਹੀ ਮਨੁੱਖੀ ਪਹੁੰਚ ਦੇ ਬਾਹਰ ਹਨ ਅਰਥਾਤ ਅਣਛੂਹੇ ਹਨ। ਸਿਰਫ 82% ਵਣ ਹੀ ਪ੍ਰਯੋਗ ਕਰ ਸਕਦੇ ਹਨ। ਦੂਜਾ ਹੈ ਪੱਤਿਆਂ ਦੇ ਆਧਾਰ 'ਤੇ। ਦੇਸ਼ ਦੇ ਵਿੱਚ ਕੁੱਲ ਉਪਲਬਧ ਵਣਾਂ ਦੇ 5% ਖੇਤਰ ਨੁਕੀਲੀ ਪੱਤੀਆਂ ਵਾਲੇ ਹਨ। ਇਹ ਬਹੁਮੁੱਲੇ ਸ਼ੰਕੂਧਾਰ ਵਣ ਹਿਮਾਲਿਆ ਦੀਆਂ ਉਬੜ ਖਾਬੜ ਢਲਾਨਾਂ 'ਤੇ ਸਥਿਤ ਹੋਣ ਕਰਕੇ ਆਵਾਜਾਈ ਦੀਆਂ ਸਹੂਲਤਾਂ ਦੀ ਘਾਟ ਕਾਰਨ ਅਛੂਹੇ ਹੀ ਰਹਿ ਜਾਂਦੇ ਹਨ। ਇਸ ਦੇ ਉਲਟ ਅਸੀਂ ਚੌੜੇ ਪੱਤੇ ਵਾਲੀ ਸਾਲ ਟੀਕ ਅਜਿਹੇ 95% ਵਣਾਂ ਦਾ ਹੀ ਪ੍ਰਯੋਗ ਕਰ ਸਕਦੇ ਹਾਂ। ਨੈਕਸਟ ਹੈ ਪ੍ਰਸ਼ਾਸਨਿਕ ਅਤੇ ਪ੍ਰਬੰਧਿਕ ਆਧਾਰ 'ਤੇ ਵਣ ਪ੍ਰਬੰਧਨ ਦੇ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਦੇ ਅਨੁਸਾਰ 95% 717 ਲੱਖ ਹੈਕਟੇਅਰ ਵਣ ਖੇਤਰ ਰਾਜ ਦੇ ਅਧੀਨ ਹੈ। ਇਹਨਾਂ 'ਤੇ ਰਾਜ ਸਰਕਾਰਾਂ ਦਾ ਪੂਰਾ ਏਕਾਧਿਕਾਰ ਹੁੰਦਾ ਹੈ। ਦੂਸਰੇ ਪ੍ਰਕਾਰ ਵਣ ਸਥਾਨਿਕ ਨਗਰਪਾਲਿਕਾ ਜਾਂ ਜ਼ਿਲ੍ਹਾ ਪਰਿਸ਼ਦ ਦੇ ਦੇਖਰੇਖ ਦੇ ਅਧੀਨ ਆਉਂਦੇ ਹਨ। ਇਹ ਸਮੂਹਿਕ ਵਣ ਵੀ ਕਹਾਉਂਦੇ ਹਨ। ਚੌਥਾ ਵਾ ਵਣ ਕਾਨੂੰਨ ਦੇ ਆਧਾਰ 'ਤੇ। ਵਣ ਦੇ ਪ੍ਰਯੋਗ ਕੰਟਰੋਲ ਅਤੇ ਕਾਨੂੰਨੀ ਸੁਰੱਖਿਆ ਦੇ ਪੱਖ ਤੋਂ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਦੇਸ਼ ਦੀ ਵਿੱਚ ਭੂਮੀ ਦੇ ਕਟਾਅ ਨੂੰ ਰੋਕਣ ਵਾਤਾਵਰਨ ਨੂੰ ਸੰਭਾਲ ਅਤੇ ਲੱਕੜੀ ਦੀ ਪੂਰਤੀ ਲਈ 52% ਯਾਨੀ ਕਿ 394 ਲੱਖ ਹੈਕਟੇਅਰ ਵਣ ਸੁਰੱਖਿਅਤ ਰੱਖਿਆ ਗਿਆ ਹੈ। ਇਹਨਾਂ ਵਣਾਂ ਵਿੱਚ ਪਸ਼ੂਆਂ ਨੂੰ ਚਰਾਉਣਾ ਅਤੇ ਲੱਕੜਾਂ ਕੱਟਣਾ ਮਨਾਹ ਹੈ। ਦੂਸਰੇ 32% ਯਾਨੀ ਕਿ 233 ਲੱਖ ਹੈਕਟੇਅਰ ਵਾਲਾ ਹਿੱਸਾ ਰਾਖਵਾਂ ਵਣ ਖੇਤਰ ਹੈ। ਸਰਕਾਰੀ ਕਾਨੂੰਨ ਅਨੁਸਾਰ ਇਹਨਾਂ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਪਰ ਇੱਥੇ ਪਸ਼ੂ ਚਰਾਉਣਾ ਲੱਕੜੀ ਕੱਟਣ ਦੀ ਸਹੂਲਤ ਮਿਲ ਜਾਂਦੀਆਂ ਹਨ। ਤੀਜਾ ਹੈ ਤੀਸਰੀ ਸ਼੍ਰੇਣੀ ਵਿੱਚ ਅਣਵੰਡੇ ਵਣ ਆਉਂਦੇ ਹਨ ਜੋ ਕਿ 16% ਹਨ। ਇਹਨਾਂ ਵਿੱਚ ਵੀ ਲੋਕਾਂ ਦੀ ਸਹੂਲਤ ਪ੍ਰਾਪਤ ਹਨ। ਇਹਨਾਂ ਵਿੱਚ ਵੰਡਿਆ ਜਾ ਸਕਦਾ ਹੈ ਊਸ਼ਣ ਸਦਾਬਹਾਰੀ ਬਨਸਪਤੀ ਪਤਝੜੀ ਮੌਨਸੂਨੀ ਬਨਸਪਤੀ ਖੁਸ਼ਕ ਬਨਸਪਤੀ। ਚੌਥਾ ਹੈ ਜਵਾਰੀ ਬਨਸਪਤੀ ਅਤੇ ਲਾਸਟ ਵਨ ਹੈ ਪਰਬਤੀ ਬਨਸਪਤੀ।
ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਪਸੰਦ ਆਇਆ ਹੋਊਗਾ। ਤੁਸੀਂ ਇਹ ਸਾਰੇ ਲੌਂਗ ਕੁਐਸਚਨ ਆਨਸਰ ਆਪਣੀ ਕਾਪੀ ਦੇ ਉੱਤੇ ਤੇ ਪਲੱਸ ਵੈਰੀ ਸ਼ਾਰਟ ਕੁਐਸਚਨ ਆਨਸਰ ਆਪਣੀ ਕਾਪੀ ਦੇ ਉੱਤੇ ਨੋਟ ਡਾਊਨ ਕਰ ਲੈਣੇ ਆ। ਜਿਹੜੇ ਬੱਚੇ ਪਹਿਲੀ ਵਾਰ ਮੇਰੇ YouTube ਚੈਨਲ ਤੇ ਆਏ ਹਨ ਤਾਂ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਬ੍ਰਾਈਟ ਫਿਊਚਰ ਤੇ ਦੂਸਰਿਆਂ ਨਾਲ ਸ਼ੇਅਰ ਕਰੋ ਤਾਂ ਜੋ ਕੀ ਆ ਵੱਧ ਤੋਂ ਵੱਧ ਬੱਚੇ ਮੇਰੇ YouTube ਚੈਨਲ ਨਾਲ ਜੁੜ ਕੇ ਵੱਧ ਤੋਂ ਵੱਧ ਨੌਲੇਜ ਗੇਨ ਕਰ ਸਕਣ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।